ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਾਮੀ ਕਿਚਨ ਵਲੌਗ। ਤੇ ਅੱਜ ਵਾਲਾ ਜਿਹੜਾ ਵਲੌਗ ਆ, ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਉੱਥੇ ਸਮਾਗਮ ਆ ਤੇ ਉੱਥੇ ਅਸੀਂ ਜਾ ਰਹੇ ਹਾਂ। ਤੇ ਸਰਦਾਰ ਜੀ ਜਿਹੜੇ ਆ ਉਹ ਸਕੂਲ ਗਏ ਹੋਏ ਆ ਤੇ ਸਕੂਲ ਹੋਣ ਕਰਕੇ ਉਹ ਗਏ ਨੇ ਸਕੂਲ। ਤੇ ਅਸੀਂ ਅੱਜ ਅਸੀਂ ਜਿਹੜਾ ਆ ਈ ਰਿਕਸ਼ਾ ਤੇ ਹੀ ਜਾ ਰਹੇ ਹਾਂ। ਸਭ ਨੂੰ ਮੈਸੇਜ ਬੜਾ ਪਸੰਦ ਆ ਈ ਰਿਕਸ਼ਾ ਤੇ, ਠੰਡ ਵੀ ਬਹੁਤ ਆ, ਹੁਣੀ ਧੁੱਪ ਨਿਕਲੀ ਆ ਤੇ ਅਸੀਂ ਉੱਥੇ ਅੱਜ ਸਮਾਗਮ ਆ ਤੇ ਸਮਾਗਮ 'ਚ ਹਾਜ਼ਰੀ ਭਰਨ ਚੱਲੇ ਆ। ਸੰਗਤ ਦੇ ਦਰਸ਼ਨ ਕਰਾਂਗੇ ਤੇ ਨਾਲ ਨਾਲ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਸੀਂ ਵੀ ਸਾਡੇ ਨਾਲ ਕਰ ਲਿਓ। ਤੇ ਬਾਕੀ ਅਸੀਂ ਸਾਰੇ ਜਣੇ ਅੱਜ ਈ ਰਿਕਸ਼ਾ ਤੇ ਜਾ ਰਹੇ ਆ। ਵਧੀਆ ਆ, ਵਧੀਆ ਈ ਰਿਕਸ਼ਾ ਕਿ ਜਦੋਂ ਕੋਈ ਘਰ ਨਹੀਂ ਹੈਗਾ ਗੱਡੀ ਚਲਾਉਣ ਵਾਲਾ ਤੇ ਈ ਰਿਕਸ਼ਾ ਤੇ ਜਿੱਥੇ ਮਰਜ਼ੀ ਜਾਓ। ਜੋ ਸਭ ਵਧੀਆ। ਇੱਕ ਆਪਣਾ ਨਾ ਲੈ ਲਈਏ, ਲੈ ਲਓ ਆਪੇ ਚ ਲੈ ਜਿੱਥੇ ਮਰਜ਼ੀ ਚੱਗੇ। ਨਹੀਂ ਸੱਚੀ ਗੱਲ ਆ, ਵੈਸੇ ਮੈਨੂੰ ਬੜੇ ਚੰਗੇ ਲੱਗਦੇ ਆ ਇਹ। ਇੱਕ ਆਪਣਾ ਹੀ ਲੈ ਲੈਣਾ ਚਾਹੀਦਾ। ਕਿੰਨੇ ਦਾ ਹੁੰਦਾ ਆ? ਨਹੀਂ ਤਾਂ ਵੀ ਫਿਰ ਮਾੜਾ ਜਿਹਾ ਆਈਡੀਆ ਤੇ ਹੋਊ ਕਿੰਨੇ ਦਾ ਹੁੰਦਾ ਹੈ। ਰੇਸ ਬ੍ਰੇਕ 1,30,000 ਦਾ ਤੇ 80-90,000 ਦੀ ਹੁਣ ਸਕੂਟਰੀ ਪੈ ਜਾਂਦੀ ਆ। ਤੇ 80-90,000 ਦੀ ਸਕੂਟਰੀ ਪੈ ਜਾਂਦੀ ਆ ਤੇ ਇਹਦੇ ਨਾਲੋਂ ਇਹ ਨਹੀਂ ਵਧੀਆ ਕਿ 4-5 ਜਾਣੇ ਘਰ ਦੇ ਸਾਰੇ ਬਹਿ ਜਾਂਦੇ ਨਾਲ ਰੇਸ ਬ੍ਰੇਕ ਆ। क्यों हरुण एक ਈ ਰਿਕਸ਼ਾ ਲੈ ਲਈਏ ਵਧੀਆ। ਇਹ ਰੇਸ ਬ੍ਰੇਕ ਵਾਲੀ ਚੀਜ਼ ਤੇ ਮੈਂ ਵੀ ਚਲਾ ਸਕਦੀ ਆ, ਗੇਅਰਾਂ ਵਾਲੀ ਦੀ ਮੈਨੂੰ ਪ੍ਰੋਬਲਮ ਆ। ਇੱਕ ਇਸ ਤੋਂ ਛੋਟੇ ਵੀ ਹੁੰਦੇ ਆ ਤੇ ਥੋੜਾ ਮੈਨੂੰ ਵੱਡਾ ਲੱਗਣ ਡਿਆ। ਛੋਟਾ ਸੀ ਲੈ ਲਓ। ਠੀਕ ਆ। ਸਕੂਟਰੀ ਵੀ ਆਈ ਆ, ਸਕੂਟਰੀਆਂ ਵੀ ਆਈਆਂ। ਉਹਦੇ ਵਿੱਚ 5 ਸਵਾਰੀਆਂ ਬਹਿੰਦੀਆਂ, ਲੈ ਲਓ। ਲਓ ਜੀ, ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ। पंडित ना के पास, पंडित ना के पास, पंडित ना के पास, जिनके जोड़े रखने प्यारे, पंडित ना के पास, जिनके जोड़े रखने प्यारे, पंडित ना के पास, जिनके जोड़े रखने प्यारे, जिनके जोड़े रखने प्यारे, अंकित ना के पास, अंकित ना के पास, अंकित ना के पास, तेरी पन है खुदा है तू बख्शंदगी, तेरी पन है खुदा है तू बख्शंदगी। शेख फरीद खैर दी जय बंदगी, शेख फरीद खैर दी जय बंदगी, दी जय बंदगी, दी जय बंदगी, दी जय बंदगी, दी जय बंदगी। तेरी पन खुदा
इन धन जनी दी माँ वाली सब से वो माँ भागा वाली है बड़ी जड़ियां रूहां जड़े गुरमुख प्यारे आप मुक्त हो जाते हैं संसार को मुक्ति दिलाते हैं गुरु के लड़ लाते हैं गुरु के चरणों नाल जोड़ते हैं उन्होंने महापुरखों को सदा ही नमस्कार करो और श्रीमान संत बाबा गुरमीत सिंह जी जिन्हों की मिठी याद अंदर बैठे हैं नमस्कार ही करना आए हैं नमस्कार करनी है महापुरखों के चरणों से और गुरु साहब जी के चरणों च अरदास करनी है वाहिगुरू कृपा करो साडियां झोलियां दे विच नाम सिमरत दीआं दातां पाओ जिथे अपने लिए अरदास करना आए हैं उत्थे उन्हां किसान भरावां मातावां भैणां जो इस ठंड के समय में उस बार्डर से बैठे ने अपने हक लिए सच लिए लड़ते हुए उन्होंने अरदास करनी है सफलता की चढ़ती कला की सतगुरु कृपा कर चढ़ती कला बख्शिश करन श्रीमान संत बाबा गुरमीत सिंह जी की मिठी याद को मनाया जा रहा है मुख सेवादार संत बाबा सतिंदर सिंह जी और आप समूह संतां के सहयोग नाल इस समागम आरंभ हुए हैं इस तरह ये समागमों का प्रवाह चलना है अंक प्रसिद्ध रागी ढाडी आप जी के चरणों हाजिर हो गए उन्होंने गुरु चरणों जोड़ना है जो स्टेज की सेवा निभा रहे हैं मेरे बहुत ही सत्कार में वीर जी वीर वरियाम सिंह जी जो PTC चैनल के एंकर हैं और बहुत ही सुलझे हुए हैं जो कोई विचार करते हैं बड़े प्यार नाल करते हैं जड़ा सामने बैठा होता है खाने में पै जाते हैं कीर्तन सुन पाਉਂਦੇ ਹੋਈਆਂ ਵਿਆਹ ਪ੍ਰਕਾਰ ਦੀਆਂ ਭੁੱਲਾਂ ਗੁਰੂ ਅਤੇ ਸਾਧ ਸੰਗਤ ਬਖਸ਼ਿਸ਼ ਹੋ ਗਏ ਰਸਨਾ ਨੂੰ ਪੁੱਤਰ ਕਰੋ ਹਾਜ਼ਰੀ ਲਓ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਮਲਕੀਤ ਸਿੰਘ ਜੀ ਹਜ਼ੂਰੀ ਕੀਰਤਨੀ ਜਥਾ ਤਪ ਸਥਾਨ ਗੁਰਦੁਆਰਾ ਸੰਤ ਬਾਬਾ ਹਰੀ ਸਿੰਘ ਜੀ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਵਿੱਚ ਸ਼ਬਦ ਦਾ ਮਹੱਤਵ ਕੀ ਹੈ ਸਾਧੂ ਅਲਫਾਜ਼ ਕਿਸ ਸੰਦਰਭ ਦੇ ਵਿੱਚ ਆਏ ਨੇ ਸਾਧੂਆਂ ਦੀ ਕਿਰਤ ਕੀ ਹੁੰਦੀ ਹੈ ਜੀਵਨ ਕਿਹੋ ਜਿਹਾ ਹੁੰਦਾ ਹੈ ਮਨੁੱਖ ਜਦੋਂ ਕਿਸੇ ਨਾਮਬੰਦਗੀ ਵਾਲੇ ਮਹਾਂਪੁਰਖ ਦੇ ਨਾਲ ਜੁੜਦਾ ਹੈ ਤੇ ਉਸਦੇ ਜੀਵਨ ਦੇ ਵਿੱਚ ਕੀ ਬਦਲਾਅ ਆਉਂਦਾ ਹੈ ਉਹ ਸਾਰਾ ਆਪ ਜੀ ਨਾਲ ਉਹਨਾਂ ਨੇ ਸਾਂਝਾ ਕੀਤਾ ਭਾਈ ਗੁਰਦਾਸ ਜੀ ਦੇ ਇੱਕ ਬਚਨ ਨੂੰ ਟੁਕ ਮਾਤਰ ਕਹਿ ਕੇ ਮੈਂ ਬੜੇ ਸਤਿਕਾਰ ਦੇ ਨਾਲ ਆਮੰਤਰਿਤ ਕਰਾਂਗਾ ਸਾਡੇ ਅਤੀ ਸਤਿਕਾਰਯੋਗ ਗਿਆਨੀ ਬਲਦੇਵ ਸਿੰਘ ਜੀ ਪੌਂਟਾ ਸਾਹਿਬ ਵਾਲੇ ਬੜੀ ਬਖਸ਼ਿਸ਼ ਹੈ ਅਕਾਲ ਪੁਰਖ ਜੀ ਦੇ ਉੱਪਰ ਆਪਣੀ ਇੱਕ ਇਹਨਾਂ ਦੀ ਸ਼ੈਲੀ ਹੈ ਇੱਕ ਵਖਿਆਨ ਦੀ ਕਲਾ ਹੈ ਬੜੇ ਤਰੀਕੇ ਦੇ ਨਾਲ ਐਵੇਂ ਲੱਗਦਾ ਜਿਵੇਂ ਵਿਦਿਆਰਥੀ ਕਲਾਸਰੂਮ ਦੇ ਵਿੱਚ ਬੈਠਾ ਹੁੰਦਾ ਔਰ ਅਧਿਆਪਕ ਬੜੀ ਸ਼ਾਲੀਨਤਾ ਦੇ ਨਾਲ ਸਮਝਾ ਰਿਹਾ ਹੁੰਦਾ ਹੈ ਉਸ ਤਰ੍ਹਾਂ ਇਹ ਕਥਾ ਵਿਚਾਰ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਨੇ ਭਾਈ ਗੁਰਦਾਸ ਜੀ ਆਪਣੇ ਜਿਵੇਂ ਭਾਈ ਮਲਕੀਤ ਸਿੰਘ ਜੀ ਹੋਰਾਂ ਨੇ ਸ਼ਬਦ ਸਾਂਝੇ ਕੀਤੇ ਨੇ ਭਾਈ ਗੁਰਦਾਸ ਜੀ ਦੀ ਕਵਿਕ ਸਵਈ ਰਾਹੀਂ ਬਸ ਬੋਲਣ ਦਾ ਯਤਨ ਕਰਾਂਗਾ ਕੇਵਲ ਮੈਂ ਵਿਆਖਿਆ ਕਰ ਰਿਹਾ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਵੇਂ ਇੱਕ ਫਲ ਦਾ ਰੁੱਖ ਫਲ ਦੇ ਨਾਲ ਲੱਗ ਜਾਂਦਾ ਹੈ ਤੇ ਕਈ ਵਾਰ ਜਦੋਂ ਉਹਨਾਂ ਫਲਾਂ ਤੱਕ ਹੱਥ ਨਹੀਂ ਪਹੁੰਚਦਾ ਤੇ ਲੋਕ ਬੱਚੇ ਉਸ ਫਲ ਦੇ ਰੁੱਖਾਂ ਦੇ ਉੱਪਰ ਵੱਟੇ ਮਾਰਦੇ ਨੇ ਢੇਮਾ ਮਾਰਦੇ ਨੇ ਤੇ ਕਹਿੰਦੇ ਉਹ ਫਲ ਥੱਲੇ ਡਿੱਗਦੇ ਆ ਲੇਕਿਨ ਕਦੀ ਵੀ ਉਹ ਰੁੱਖ ਬੁਰਾ ਨਹੀਂ ਬਣਾਉਂਦਾ ਕਹਿੰਦੇ ਉਹ ਵੱਟੇ ਖਾ ਕੇ ਪੱਥਰ ਖਾ ਕੇ ਵੀ ਫਲ ਦਿੰਦਾ ਭਾਈ ਗੁਰਦਾਸ ਜੀ ਅਗਲੀ ਉਦਾਹਰਨ ਦੇ ਵਿੱਚ ਕਹਿੰਦੇ ਨੇ ਜਿਵੇਂ ਆਰੇ ਦੇ ਨਾਲ ਲੋਹੇ ਦੇ ਆਰੇ ਦੇ ਨਾਲ ਰੁੱਖ ਨੂੰ ਚੀਰਿਆ ਜਾਂਦਾ ਹੈ ਲੇਕਿਨ ਉਹੀ ਲੱਕੜ ਜਿਹੜੀ ਚੀਰੀ ਗਈ ਹੈ ਉਹ ਜਦੋਂ ਬੇੜੀ ਬਣਦੀ ਹੈ ਲੋਹੇ ਦੇ ਕਿੱਲਾਂ ਨੂੰ ਵੀ ਨਾਲ ਪਾਰ ਲੈ ਕੇ ਚਲੀ ਜਾਂਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਜਿਵੇਂ ਇੱਕ ਮੁਕਤਾਹਲ ਮੋਤੀ ਨੂੰ ਸਿੱਪੀ ਨੂੰ ਪ੍ਰਾਪਤ ਕਰਦਾ ਕੋਈ ਖੋਜੀ ਸਮੁੰਦਰ ਦੇ ਵਿੱਚੋਂ ਕਹਿੰਦੇ ਥੋੜਿਆਂ ਦੇ ਨਾਲ ਸਿੱਪੀ ਨੂੰ ਭਾਂਦਾ ਕਹਿੰਦੇ ਉਹ ਸਿੱਪੀ ਟੁੱਟ ਕੇ ਵੀ ਥੋੜਿਆਂ ਦੇ ਨਾਲ ਟੁੱਟ ਕੇ ਆਪਣਾ ਆਪ ਕੁਰਬਾਨ ਕਰਕੇ ਵੀ ਉਹਨੂੰ ਪਿਆਰਾ ਜਿਹਾ ਮੋਤੀ ਦਿੰਦੀ ਹੈ ਭਾਈ ਗੁਰਦਾਸ ਜੀ ਅੱਗੇ ਕਹਿੰਦੇ ਨੇ ਜਿਵੇਂ ਇੱਕ ਖਨਵਾਰਾ
ਜਿਹੜਾ ਪਹਾੜਾਂ ਨੂੰ ਖੋਦਦਾ ਹੈ, ਪੱਥਰਾਂ ਨੂੰ ਖੋਦਦਾ ਹੈ, ਜ਼ੋਰ ਜ਼ੋਰ ਦੇ ਨਾਲ ਉਹਦੇ ਉੱਪਰ ਘੋੜਿਆਂ ਦੀ ਸੱਟਾਂ ਮਾਰਦਾ ਹੈ। ਕਹਿੰਦੇ ਲੇਕਿਨ ਫਿਰ ਵੀ ਉਹਨਾਂ ਖਾਨਾਂ ਦੇ ਵਿੱਚੋਂ ਕਈ ਵਾਰੀ ਉਹਨੂੰ ਮੋਤੀ ਲੱਭ ਜਾਂਦੇ ਜਾਂ ਹੀਰਾ ਲੱਭ ਜਾਂਦਾ ਹੈ। ਉਹ ਪਹਾੜ ਵੀ ਉਹਦਾ ਦੁੱਖ ਨਹੀਂ ਬਣਾਉਂਦੇ। ਕਹਿੰਦੇ ਇਸੇ ਤਰ੍ਹਾਂ ਜਿਹੜੇ ਸਾਧੂ ਪੁਰਖ ਹੁੰਦੇ ਨੇ ਉਹ ਔਗਣਾ ਵਾਲਿਆਂ ਨੂੰ ਵੀ ਗੁਣ ਬਖਸ਼ਦੇ ਨੇ। ਭਾਵੇਂ ਕੋਈ ਉਹਨਾਂ ਦਾ ਬੁਰਾ ਚਿਤਾਰਦਾ ਹੈ, ਉਹਨਾਂ ਦਾ ਵੀ ਸਾਧੂ ਹਮੇਸ਼ਾ ਚੰਗਾ ਹੀ ਚਿਤਾਰਦੇ ਨੇ। ਅਜੇ ਮਹਾਂਪੁਰਖ ਸਨ ਸੰਤ ਬਾਬਾ ਗੁਰਬੀਰ ਸਿੰਘ ਜੀ, ਜਿਨ੍ਹਾਂ ਦੀ ਪਾਵਨ ਤੇ ਨਿੱਘੀ ਯਾਦ ਦੇ ਵਿੱਚ ਅਸੀਂ ਜੁੜ ਬੈਠੇ ਹਾਂ। ਆਓ ਬੜੇ ਸਤਿਕਾਰ ਦੇ ਨਾਲ ਸਰਵਣ ਕਰੀਏ। ਗਿਆਨੀ ਬਲਦੇਵ ਸਿੰਘ ਜੀ ਪੌਂਡਾ ਸਾਹਿਬ ਵਾਲੇ ਲਗਭਗ 1 ਘੰਟੇ ਵਾਸਤੇ ਸੰਗਤਾਂ ਦੇ ਦੀਦਾਰ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सबल तिना के काम मेरे राम हर जन के हों बल जाई किसा का कर चवर टुलावा चरण धूड़ मुख लाई जन्म मरण दूहूं मैं नाही जन पर उपकारी आए जी दान दे भगति नायन हास्यो नैन मिलाए सच्चा अमर सच्ची पातशाही सच्चे से तीरते सच्चा सुख सच्ची वड्याई जिसके से दिन जाते सच्चा सुख सच्ची वड्याई जिसके से दिन जाते पखा हेरी पानी ढोवा हर जन के पीसन पीस कमावा नानक की प्रभ पास बेनंती तेरे जन देखन पावा तुझ आगे अरदास हमारी जियो पिंड सब तेरा कहो नानक सब तेरी वड्याई कोई नाम ना जाने मेरा कहो नानक सब तेरी वड्याई कोई नाम ना जाने मेरा। सर्व कला समर्थ सतगुरु चावल छत तखत दे मालक मनुख जिंदगी बड़ी दुर्लभ है, ये भागां वालियां नूं मिलदी है। बहुत सारे लोग इस धरती ते आउंदे ने जिवें पानी च गुलगुले पैदा हुंदे ने मिट जांदे ने, दुनिया आउंदी है तुरी जांदी है। जैसे जल ते बुध बधा उपजै बिन सै नीत जग रचना तैसे रची कहो नानक सुनमीत। जिवें आकाश विच तारे बेअंत ने पर कुछ कु तारे ने जिहड़े लोकां लई चंद मनारा बन सकदे ने। एक देश है, ਇਹਦੀ ਜ਼ਮੀਨ ਬੜੀ ਜ਼ਰਖੇਜ਼ ਹੈ। ਦੁਨੀਆ ਦੇ ਉੱਪਰ ਮਨੁੱਖ ਦੇ ਰਹਿਣ ਵਾਸਤੇ ਜੇਕਰ ਸਭ ਤੋਂ ਵਧੀਆ ਤੇ ਆਲਾ ਕੋਈ ਧਰਤੀ ਹੈ ਤੇ ਉਹ ਪੰਜਾਬ ਦੀ ਧਰਤੀ ਹੈ। ਇੱਥੇ ਨਾ ਤਾਂ ਬਰਫ਼ ਪੈਂਦੀ ਹੈ, ਨਾ ਇੱਥੇ ਰੇਗਿਸਤਾਨ ਹੈ, ਨਾ ਇੱਥੇ ਪਥਰੀਲਾ ਇਲਾਕਾ। 7 ਦੀਆਂ 7 ਰੁੱਤਾਂ ਇੱਥੇ ਹੁੰਦੀਆਂ ਨੇ। ਔਰ ਜਦੋਂ ਵੀ ਕੋਈ ਭਾਰਤ ਉੱਤੇ ਹਮਲਾ ਕਰਦਾ ਸੀ ਤੇ ਉਹਨੂੰ ਪੰਜਾਬ ਦੇ ਵਿੱਚੋਂ ਹੋ ਕੇ ਨਿਕਲਣਾ ਪੈਂਦਾ ਸੀ। ਇੱਕ ਪਾਸੇ ਹਿਮਾਲਿਆ ਪਰਬਤ ਹੈ, ਉੱਥੋਂ ਦੀ ਕੋਈ ਘੋੜੇ ਜਾ ਨਹੀਂ ਸੀ ਸਕਦੇ, ਫੌਜਾਂ ਜਾ ਨਹੀਂ ਸਕਦੀਆਂ। ਦੂਜੇ ਪਾਸੇ ਇਹਦੇ ਰਾਜਸਥਾਨ ਦਾ ਥਾਰ ਮਾਰੂਥਲ ਹੈ, ਉੱਥੋਂ ਵੀ ਕੋਈ ਅੰਦਰ ਆਊਗਾ ਇੰਡੀਆ 'ਚ ਤੇ ਪਿਆਸਾ ਮਰ ਜਾਊਗਾ। ਫਿਰ ਉਹ ਇਹ ਧਰਤੀ ਸੀ ਜਿੱਥੋਂ ਧਾਰੀਆਂ ਨੂੰ ਆ ਕੇ ਭਾਰਤ ਦੇ ਵਿੱਚ ਹਮਲਾ ਕਰਨਾ ਪੈਂਦਾ ਸੀ। ਇਸ ਕਰਕੇ ਇੱਥੋਂ ਦੇ ਲੋਕ ਨਿੱਤ ਸਾਹਮਣਾ ਹੋਣਾ ਧਾਰਮੀਆਂ ਦੇ ਨਾਲ ਤੇ ਉਹ ਅਣਖੀਲੇ ਹੋ ਗਏ। ਰੋਜ਼ ਰੋਜ਼ ਲੜਾਈਆਂ ਦੇ ਨਾਲ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹੀਮਾ। ਇਸ ਕਰਕੇ ਪੰਜਾਬ ਕਿਸੇ ਦੀ ਟੈ ਨਹੀਂ ਮੰਨਦਾ। ਇਹਨੂੰ ਪਿਆਰ ਦੇ ਨਾਲ ਜਾਂ ਇਹਨੂੰ ਮੁਹੱਬਤ ਦੇ ਨਾਲ ਇਹ ਆਪਣਾ ਆਪ ਵੀ ਕੁਰਬਾਨ ਕਰ ਦਿੰਦੇ ਆ। ਜੇਕਰ ਕੋਈ ਕਿ ਅੜ ਕੇ ਤੇ ਅੜ ਕੇ ਅੱਜ ਤੱਕ ਪੰਜਾਬ ਤੋਂ ਕਿਸੇ ਨੇ ਕੁਝ ਹੋਇਆ ਨਹੀਂ। ਇਸ ਕਰਕੇ ਸਾਡਾ ਕਿਸਾਨ ਅੰਦੋਲਨ ਜਿਹੜਾ ਉਹ ਦਿੱਲੀ ਦੇ ਵਿੱਚ ਚੱਲ ਰਿਹਾ। ਸਾਡੇ ਸਤਿਕਾਰਯੋਗ ਹਜ਼ੂਰੀ ਕੀਰਤਨੀ ਜਥੇ ਸਾਰੇ ਉੱਥੇ ਜਾ ਕੇ ਆਏ ਨੇ। ਪੈਰ ਪੈਰ ਤੇ ਜਦੋਂ ਕੌਮ ਨੂੰ ਲੋੜ ਪਈ ਹੈ ਸਾਡੇ ਕੀਰਤਨੀ ਜਥੇ ਆਏ ਨੇ। ਭਾਵੇਂ ਉਹ ਬੇਅਦਬੀ ਦਾ ਮਸਲਾ ਸੀ, ਭਾਵੇਂ ਸਰਕਾਰਾਂ ਦੀ ਅੱਖਾਂ ਚੱਖਾਂ ਪਾਉਣੀਆਂ ਸੀ, ਉਦੋਂ ਸਾਡੇ ਹਜ਼ੂਰੀ ਕੀਰਤਨੀ ਜਥੇ ਭਾਵੇਂ ਕਿਤੇ ਆਪਣੇ ਘਰ ਦੇ ਵਿੱਚ ਹੀ ਗਲਤ ਹੁੰਦਾ ਹੋਵੇ ਤੇ ਤਾਂ ਵੀ ਚੜ੍ਹਦੀ ਕਲਾ ਨਾਲ ਆਵਾਜ਼ ਉਠਾਉਂਦੇ ਨੇ। ਪੂਰਾ ਹੁੰਦਾ ਸੀ। ਇਸੇ ਤਰ੍ਹਾਂ ਇਹਨਾਂ ਦੇ ਸਿਰਾਂ ਦੇ ਉੱਪਰ ਮਿਹਰ ਭਰੇ ਹੱਥ ਰੱਖ ਕੇ ਸੇਵਾਵਾਂ ਲੈਂਦੇ ਰਹਿਣ। ਆਓ 2 ਵਜੇ ਤੱਕ ਭਾਈ ਸ਼ੌਕੀਨ ਸਿੰਘ ਜੀ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਜੀਵਨ ਸਫਲਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
करता पुरख निरपाओ निर्वैर अकाल अजुनी सैफम कुर प्रसाद जो जन खसम गाना तिनके सद बलहार जाऊं सद बलहार जाऊं सागर दरिया साधु संगे निर्भना जनो हर रंगे जमन मरण तिनको जो हर लड़ लगे जीवत से परवान होए हर कीर्तन जागे साध संग जिन पाया से बड़ भागे वत पेखे जिनि हर हर ध्याया जीवत 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 पेखे जिनि हर हर ध्याया साध संग तिनि दर्शन पाया साध संग तिनि दर्शन पाया जीवत पेखे जिनि हर हर ध्याया जीवत पेखे जिनि हर हर ध्याया उठ सिधारे हर मन जन सेवा जन सेवा जीवत पेखे जिनि हर हर ध्याया परी वरना ज्योति से सुकल करना बादशाह छा व्यापारी मरना ज्योति
तिनी दर्शन पाया साध संग तिनी दर्शन पाया जीवन के तिनी हारे हारे प्याया जीवन के तिनी हारे हारे प्याया कूड़े मोरे लपट लपटाना फिर पछताना छोड़ चलया फिर पछताना कृपाधान नानक को करो दान कृपाधान नानक को करो दान नाम तेरा जपी दिन रात नाम तेरा जपी दिन रात जीवन के जितनी हारे हारे जाया जीवन के जितनी हारे हारे जाया साध संग तिनी दर्शन पाया साध संग तिनी दर्शन पाया जीवन के जितनी हारे हारे जाया जीवन के जीवन के जीवन के हारे हारे प्याया तन तन सो गुर सिख कहिए जो सतगुर चरणी जाए कया जो सतगुर चरणी जाए कया तन तन सो गुर सिख कहिए तन तन सो गुर सिख कहिए जो सतगुर चरणी जाए कया जो सतगुर चरणी जाए कया
ਭਾਈ ਸ਼ੌਕੀਨ ਸਿੰਘ ਜੀ ਹਜ਼ੂਰੀ ਕੀਰਤਨੀਏ ਸਤਿਗੁਰ ਸ਼੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਮਨੋਹਰ ਗੁਰਬਾਣੀ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਸ਼ਬਦ ਦੀ ਸਾਂਝ ਪਾ ਰਹੇ ਸਨ ਕਿ ਸਮਾਂ ਸੁਹਾਵਣਾ ਕਿਹੜਾ ਹੁੰਦਾ ਹੈ, ਸਮਾਂ ਵਧੀਆ ਕਿਹੜਾ ਹੁੰਦਾ ਹੈ। ਐਕਟੀਵਿਟੀ ਖਤਮ ਹੁੰਦੀ ਹੈ, ਉਹਦੇ ਅੰਦਰੋਂ ਹਉਮੈ ਦੀ ਸਵੈ ਦੀ ਜਿਹੜੀ ਹੈ ਭਾਵਨਾ ਉਹ ਖਤਮ ਹੁੰਦੀ ਹੈ, ਔਰ ਗੁਰੂ ਦੇ ਪ੍ਰਤੀ ਉਹ ਆਪਣਾ ਸਮਰਪਣ ਭਾਵ ਰੱਖਦਾ ਹੈ। ਉਹ ਸਭ ਤੋਂ ਬਿਹਤਰ ਸਮਾਂ ਹੁੰਦਾ ਹੈ। ਮੈਂ ਇੱਥੇ ਬੇਨਤੀ ਕਰਾਂਗਾ ਕਿ ਅਜੋਕੇ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਤਰਕ ਭਰਪੂਰ ਗੱਲਾਂ ਜਿਹੜੀਆਂ ਸਿੱਖੀਜ਼ਮ ਦੇ ਨਾਲ ਸੰਬੰਧਿਤ ਕੀਤੀਆਂ ਜਾਂਦੀਆਂ ਨੇ ਸਾਡੇ ਸ਼ਹੀਦਾਂ ਨੂੰ ਲੈ ਕੇ। ਸਾਡੇ ਲਈ ਸ਼ਹਾਦਤ ਦਾ ਇਸ ਤੋਂ ਵੱਧ ਕੇ ਕੋਈ ਮਤਲਬ ਨਹੀਂ, ਕੋਈ ਮਕਸਦ ਨਹੀਂ। ਅਸੀਂ ਗੁਰੂ ਦੀ ਗੋਦ ਦੇ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਦੇ ਵਿੱਚ ਸਾਡਾ ਸਿਰ ਹੋਵੇ ਔਰ ਉਹਦਾ ਮੁਖੜਾ, ਉਹਦੀਆਂ ਨਿਗਾਹਾਂ ਸਾਡੇ ਚਿਹਰੇ ਤੇ ਹੋਣ। ਸਾਡੇ ਲਈ ਇਸ ਤੋਂ ਵੱਧ ਸ਼ਹਾਦਤ ਦਾ ਹੋਰ ਕੋਈ ਮਹੱਤਵ ਜਾਂ ਮਕਸਦ ਨਹੀਂ। ਇਹ ਭਾਵਨਾ ਜਿਹੜੀ ਹੈ ਇਹ ਸਾਨੂੰ ਗੁਰਮਤਿ ਦੇ ਵਿੱਚੋਂ ਆਉਂਦੀ ਹੈ। ਅਜੋਕੇ ਸਮੇਂ ਦੇ ਦੌਰਾਨ ਕਈ ਤਰ੍ਹਾਂ ਦੇ ਅਜਿਹੇ ਤਰਕ ਕੀਤੇ ਜਾ ਰਹੇ ਨੇ। ਖੈਰ, ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਬੜੀ ਸੋਹਣੀ ਉਦਾਹਰਨ ਦਿੰਦੇ ਨੇ। ਕਹਿੰਦੇ ਜੋਗ ਹੁੰਦੀ ਹੈ, ਜੋਗ ਨੂੰ ਮੱਝ ਦੇ ਥਣ ਨਾਲ ਲਗਾਇਆ ਜਾਵੇ, ਕਿਉਂਕਿ ਕਹਿੰਦੇ ਮੱਝ ਦੇ ਥਣ ਦੇ ਵਿੱਚੋਂ ਲਹੂ ਚੁੰਘਦੀ ਹੈ, ਲਹੂ ਚੂਸਦੀ ਆ, ਉਹ ਦੁੱਧ ਨਹੀਂ ਪ੍ਰਾਪਤ ਕਰਦੀ। ਭਾਈ ਗੁਰਦਾਸ ਜੀ ਅੱਗੇ ਕਹਿੰਦੇ ਨੇ, ਕਹਿੰਦੇ ਜਿਵੇਂ ਇੱਕ ਮੱਖੀ ਨੂੰ ਬੜੀਆਂ ਸੁਗੰਧੀਆਂ ਤੇ ਛੱਡਿਆ ਜਾਵੇ, ਪਰਮ ਸੁਗੰਧੀ ਹੋਵੇ, ਲੇਕਿਨ ਉਹ ਭੱਜ ਕੇ ਮਹਾ ਦੁਰਗੰਧ ਵੱਲ ਜਾਂਦੀ ਆ, ਉਹਨੂੰ ਸੁਗੰਧੀ ਚੰਗੀ ਨਹੀਂ ਲੱਗਦੀ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਇੱਕ ਹਾਥੀ ਨਦੀ ਦੇ ਵਿੱਚ ਮਜਨ ਕਰਦਾ ਹੈ, ਇਸ਼ਨਾਨ ਕਰਦਾ ਹੈ ਔਰ ਤੁਰੰਤ ਨਿਕਲਣ ਤੋਂ ਬਾਅਦ ਆਪਣੇ ਉੱਪਰ ਫਿਰ ਸਵਾਹ ਸੁੱਟ ਲੈਂਦਾ ਹੈ। ਕਹਿੰਦੇ ਅਜਿਹੇ ਲੋਕ ਸਮਾਜ ਦੇ ਵਿੱਚ ਬਹੁਤ ਹੁੰਦੇ ਨੇ ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਨਹੀਂ ਚੰਗੀ ਲੱਗਦੀ, ਜਿਨ੍ਹਾਂ ਨੂੰ ਸੰਤਾਂ ਦਾ ਸੁਭਾਅ ਚੰਗਾ ਨਹੀਂ ਲੱਗਦਾ। ਉਹਨਾਂ ਦਾ ਕੰਮ ਕੇਵਲ ਤਰਕ ਕਰਨਾ ਹੁੰਦਾ। ਲੇਕਿਨ ਸਿੱਖ ਨੇ ਆਪਣੇ ਅੰਦਰ ਨੈਗੇਟਿਵਿਟੀ ਨਹੀਂ ਆਉਣ ਦੇਣੀ, ਹਮੇਸ਼ਾ ਪੋਜ਼ਿਟਿਵਿਟੀ ਰੱਖਣੀ ਹੈ, ਸਕਾਰਾਤਮਕਤਾ ਰੱਖਣੀ ਹੈ। ਔਰ ਹੁਣ ਤੇ ਸੰਸਕ੍ਰਿਤ ਮਨੋਵਿਗਿਆਨ ਇਹ ਗੱਲ ਕਹਿੰਦਾ ਹੈ ਕਿ ਜਿਹੋ ਜਿਹਾ ਤੁਸੀਂ ਚਿਤਵਦੇ ਹੋ ਨਾ, ਕੁਦਰਤ ਉਹੋ ਜਿਹਾ ਮਾਹੌਲ ਪੈਦਾ ਕਰਨਾ ਸ਼ੁਰੂ ਕਰ ਦੇਗੀ ਤੁਹਾਡੇ ਆਲੇ ਦੁਆਲੇ। ਤੁਸੀਂ ਵੱਡਾ ਸੋਚਦੇ ਹੋ, ਵੱਡਾ ਸਿਰਜਦੇ ਹੋ, ਤੇ ਉਹੋ ਜਿਹੀ ਸਿਰਜਣਾ ਵੱਡੀ ਤੁਹਾਡੇ ਅੱਗੇ ਕੁਦਰਤ ਕਰਨੀ ਸ਼ੁਰੂ ਕਰ ਦਿੰਦੀ ਹੈ। ਜੇ ਤੁਸੀਂ ਰੋਜ਼ਾਨਾ ਢੈਂਦੀ ਗਲਾ 'ਚ ਰਹਿੰਦੇ ਹੋ, ਰੋਜ਼ ਹੀ ਮਰੂ ਦੀਆਂ ਗੱਲਾਂ ਰਹਿ ਹੀ ਕੱਖ ਨਹੀਂ, ਟਾਈਮ ਪਾਸ ਕਰ ਰਹੇ ਆ, ਤੇ ਮਾਹੌਲ ਅੱਗੇ ਵੀ ਉਹੋ ਜਿਹਾ ਬਣਦਾ ਚਲਿਆ ਜਾਂਦਾ। ਇਹੀ ਕਾਰਨ ਸੀ ਕਿ 18ਵੀਂ ਸਦੀ ਦੇ ਵਿੱਚ ਸਿੱਖ ਜੰਗਲਾਂ ਦੇ ਵਿੱਚ ਵੀ ਚੜ੍ਹਦੀ ਕਲਾ 'ਚ ਰਹੇ। ਉਹ ਆਪਣੀ ਸੁਰਤ ਨੂੰ ਹੇਠਾਂ ਆਉਣ ਹੀ ਨਹੀਂ ਸੀ ਦਿੰਦੇ। ਉਹ ਇੱਕ ਸਿੰਘ ਨੂੰ ਸਵਾ ਲੱਖ ਕਹਿੰਦੇ ਸੀ, ਉਹ ਇੱਕ ਰੋਟੀ ਨੂੰ ਪ੍ਰਸ਼ਾਦਾ ਕਹਿੰਦੇ ਸੀ, ਗੁਰੂ ਦੀ ਕਿਰਪਾ ਕਹਿੰਦੇ ਸੀ। ਇਹ ਚੜ੍ਹਦੀ ਕਲਾ ਸਿੱਖ ਦੇ ਵਿੱਚ ਹੋਣੀ ਚਾਹੀਦੀ ਆ। ਇਹ ਸਮਾਗਮ ਸਾਨੂੰ ਉਹੀ ਸਿਖਾਉਂਦੇ ਨੇ। ਔਰ ਬੜੇ ਸਤਿਕਾਰ ਦੇ ਨਾਲ ਮੈਂ ਪਹਿਲਾਂ ਆਮੰਤਰਿਤ ਕਰਾਂ ਸਾਡੇ ਅਤੀ ਸਤਿਕਾਰਯੋਗ ਜਥੇਦਾਰ ਰਤਨ ਸਿੰਘ ਜੀ ਜ਼ਫਰਵਾਲ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੜੇ ਸਤਿਕਾਰ ਤੋਂ ਮੈਂਬਰ ਨੇ। ਉਹ 2-4 ਮਿੰਟ ਆਪ ਸੰਗਤਾਂ ਨਾਲ ਫਤਿਹ ਦੀ ਸਾਂਝ ਕਰ ਰਹੇ ਨੇ। ਗਿਆਨੀ ਖੜਕ ਸਿੰਘ ਜੀ ਸਟੇਜ ਉੱਪਰ ਸਾਜ ਰਹੇ ਨੇ ਉਨੀ ਦੇਰ। ਉਸ ਤੋਂ ਬਾਅਦ ਸਵਾ ਘੰਟਾ ਗਿਆਨੀ ਖੜਕ ਸਿੰਘ ਜੀ ਪਠਾਨਕੋਟ ਵਾਲੇ ਉਹ ਸੰਗਤਾਂ ਦੇ ਦੀਦਾਰ ਕਰਨਗੇ। ਆਓ ਸਰਵਣ ਕਰੀਏ। ਗਿਆਨੀ ਰਤਨ ਸਿੰਘ ਜੀ ਜ਼ਫਰਵਾਲ ਸੰਗਤਾਂ ਦੇ ਦੀਦਾਰ ਕਰ ਰਹੇ ਨੇ। ਔਰ ਮੈਂ ਬੇਨਤੀ ਕਰਾਂਗਾ ਜਥੇਦਾਰ ਸਾਹਿਬ ਜੀ ਦਾ ਜਥਾ ਸੱਜ ਚੁੱਕਿਆ, ਉਹ ਕੇਵਲ ਆਪ ਸੰਗਤਾਂ ਦੇ ਫਿਰ ਉਹ ਰਤਨ ਸਿੰਘ ਜੀ ਜ਼ਫਰਵਾਲ ਸਿੰਘ ਜੀ ਹੋਰਾਂ ਤੋਂ ਬਾਅਦ ਆਪ ਸੰਗਤਾਂ ਦੇ ਦੀਦਾਰ ਕਰਨਗੇ। ਆਓ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।